ਸੁਖਬੀਰ ਬਾਦਲ ਭਗੌੜੇ ਹੋ ਗਏ ਨੇ ਜਾਂ ਫਿਰ ਗਵਾਚ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਗੱਲ ਕਰਾਂਗੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗਵਾਚੇ ਜਾਣ ਦੀ। ਆਖਿਰਕਾਰ ਇਹ ਸਵਾਲ ਕਿਉਂ ਉੱਠ ਰਿਹਾ, ਇਹ ਚਰਚਾ ਕਿਉਂ ਹੋ ਰਹੀ ਹੈ? दरअसल किसानां दे वल्लों विप जारी करन दे बावजूद फिरोजपुर तो संसद मैंबर अते श्रोमणी अकाली दल दे प्रधान सुखबीर सिंह बादल सैशन दे विचों गुम ने, बिल्कुल गुम ने, चंगी तरह गुम ने। बादल आखिरी वारी 28 जुलाई नूं पार्लीमेंट दे सैशन दे विच देखे गए सी। उस तो बाद सुखबीर बादल दा उत्थे कोई परछावां भी नहीं दिसिया। लुधियाने तो संसद मैंबर रवनीत सिंह बिट्टू ने साबका कैबिनेट मंत्री हरसिमरत कौर बादल नूं भी सुखबीर बादल दी गैर हाज़री दा मेणा मार के सिंह फसाए सी। ਇਹ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ ਕਿ ਲੜਾਈ ਸ਼ੁਰੂ ਕਰਨ ਦਾ ਕਾਰਨ ਕੀ ਬਣਿਆ ਸੀ। ਪਹਿਲਾਂ ਤਾਂ ਦੋਨਾਂ ਲੀਡਰਾਂ ਦੇ ਵਿੱਚ ਆਪਸ ਦੇ ਵਿੱਚ ਥੋੜੀ ਬਹੁਤੀ ਬਹਿਸ ਮੁਬਾਸਾ ਹੋਇਆ, ਪਰ ਜਦੋਂ ਰਵਨੀਤ ਬਿੱਟੂ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਆਪ ਗੈਰ ਹਾਜ਼ਰ ਹੈ, ਤੁਸੀਂ ਕਿਸਾਨਾਂ ਦੇ ਮੁੱਦਈ ਬਣ ਕੇ ਡਰਾਮੇ ਕਿਉਂ ਕਰ ਰਹੇ ਹੋ, ਫਿਰ ਹਰਸਿਮਰਤ ਕੌਰ ਬਾਦਲ ਨੂੰ ਕਾਫੀ ਸੇਕ ਲੱਗਿਆ ਸੀ, ਕਾਫੀ ਗੁੱਸਾ ਚੜਿਆ ਸੀ ਤੇ ਦੋਵਾਂ ਦੀ ਤਿੱਖੀ ਨੋਕ ਝੋਕ ਸਭ ਨੇ ਦੇਖੀ ਹੈ। ਤੇ ਇਸੇ ਕਰਕੇ ਸੁਖਬੀਰ ਬਾਦਲ ਦੀ ਗੈਰ ਹਾਜ਼ਰੀ ਦੇ ਵਿੱਚ ਖੱਪਾ ਪੂਰਨ ਦੇ ਲਈ ਬੀਬੀ ਹਰਸਿਮਰਤ ਕੌਰ ਨੂੰ ਲੋਕਾਂ ਦੇ मूह बंद करन दे लई लड़ना पै रहा है। 12 दिनों तो लगातार संसद के अंदर ते बाहर हरसिमरत कौर बादल मोर्चा साम के बैठे ने। जे होर सांसदां दी गल कर लईए तां MP सनी दिओल वर्गे अपने हलके तो भज्जण वाले BJP दे मैंबर पार्लीमेंट ने भी संसद दे विच सिर्फ 2 दिन मूँह दिखाया हुण तक इस मॉनसून सैशन दे विच। हरसिमरत कौर बादल ते कांग्रेस दे जसबीर सिंह डिंपा लगातार हाज़री भर रहे ने। एक भी गैर हाज़री इन्हां दोवां सांसदां दी नहीं है। सनी दिओल दा संसद दे विचों गैर हाज़र रहना जां ना रहना इन्ना मायने नहीं रखदा ते ना ही सनी दिओल दे उत्थे होण दे नाल किसानां नूं कोई आस बजदी है। पर किसानां दे मुद्दे दे उत्ते सुखबीर सिंह बादल दी गैर हाज़री है जिहड़ी ਉਹ ਜ਼ਰੂਰ ਵਿਰੋਧੀ ਪਾਰਟੀਆਂ ਦੀਆਂ ਅੱਖਾਂ ਦੇ ਵਿੱਚ ਰੜਕ ਰਹੀ ਹੈ ਤੇ ਇਸੇ ਮਸਲੇ ਤੇ ਉਹ ਸੁਖਬੀਰ ਬਾਦਲ ਨੂੰ ਘੇਰਨ ਦਾ ਯਤਨ ਵੀ ਕਰ ਰਹੇ ਨੇ। ਤਾਜ਼ਾ ਉਦਾਹਰਣ ਰਵਨੀਤ ਬਿੱਟੂ ਜਦੋਂ ਬੀਬੀ ਨੂੰ ਮਿਹਣਾ ਮਾਰ ਰਹੇ ਸੀ ਉਸ ਨੂੰ ਆਪਾਂ ਲੈ ਸਕਦੇ ਹਾਂ, ਦੇਖ ਸਕਦੇ ਹਾਂ ਤੇ ਕਿਸ ਕਦਰ ਉਹਨਾਂ ਦੀ ਲੜਾਈ ਹੈ ਜਿਹੜੀ ਕੱਲ ਉਹ ਸੰਸਦ ਦੇ ਬਾਹਰ ਹੋਈ ਹੈ। ਇਹ ਵਾਲਾ ਜਿਹੜਾ ਡਾਇਲੌਗ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਧਿਆਨ ਨਾ ਦਿੱਤਾ ਹੋਵੇ, ਇਸ ਤੁਹਾਨੂੰ ਰਿਪੀਟ ਕਰਕੇ ਸੁਣਾਉਂਦੇ ਹਾਂ। ਜਦੋਂ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਆਪ ਤਾਂ ਪੰਜਾਬ ਬੈਠੇ ਨੇ। हाँ सुखबीर बादल इनके प्रेसिडेंट पूछो कहाँ है पार्टी के। हाँ सुखबीर बादल इनके प्रेसिडेंट पूछो कहाँ है पार्टी के। हाँ सुखबीर बादल इनके प्रेसिडेंट पूछो कहाँ है पार्टी के। 5 दिन हो गए कहाँ है इनके प्रधान। 5 दिन हो गए कहाँ है इनके प्रधान। 5 दिन हो गए कहाँ है इनके प्रधान। एक दिन भी प्रधान इन्हां दे पंजाब दे ने, एक दिन भी थोड़े सुखबीर सिंह बादल 5 दिन हो गए गायब ने। प्रेस कॉन्फ्रेंसां कर रहे होते, गायब ने प्रेस कॉन्फ्रेंसां कर रहे होते, गायब ने प्रेस कॉन्फ्रेंसां कर रहे होते। ਤੇ ਹੁਣ ਸਵਾਲ ਉੱਠਦਾ ਹੈ ਕਿ ਆਖਿਰਕਾਰ ਸੁਖਬੀਰ ਬਾਦਲ ਪੰਜਾਬ ਦੇ ਵਿੱਚ ਕਰ ਕੀ ਰਹੇ ਨੇ। ਕੱਲ ਦੀਆਂ ਹੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਸੁਖਬੀਰ ਬਾਦਲ ਜਦੋਂ ਇੱਕ ਕਾਂਗਰਸੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰ ਰਹੇ ਸੀ ਚੰਡੀਗੜ੍ਹ ਦੇ ਵਿੱਚ। ਇਸ ਲੀਡਰ ਦਾ ਨਾਮ ਬਲਵਿੰਦਰ ਸਿੰਘ ਸੈਫਦੀਪੁਰ ਹੈ, ਪਟਿਆਲਾ ਤੋਂ ਹੈਗੇ ਨੇ। ਇਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਗਿਆ, ਪਰ ਇਹ ਪਹਿਲੀ ਵਾਰੀ ਨਹੀਂ ਬਲਕਿ ਤੀਜੀ ਵਾਰੀ ਸ਼ਾਮਲ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਫਿਰ ਕਾਂਗਰਸ ਚਲੇ ਗਏ, ਫਿਰ ਅਕਾਲੀ ਦਲ, ਫਿਰ ਕਾਂਗਰਸ, ਇਸ ਤਰ੍ਹਾਂ ਘੁੰਮਦੇ ਘੁਮਾਉਂਦੇ ਵਾਪਸ ਫਿਰ ਅਕਾਲੀ ਦਲ ਚ ਆ ਕੇ ਬਹਿ ਗਏ ਨੇ। ਤੇ ਸੁਖਬੀਰ ਬਾਦਲ ਇਹ ਜ਼ਰੂਰੀ ਕੰਮ ਹੈ ਜਿਹੜਾ ਉਹ ਕਰ ਰਹੇ ਸੀ, ਆਪਣੀ ਪਾਰਟੀ ਦਾ ਕਾਫਲਾ ਵਧਾਉਣ ਦੇ ਲਈ ਲੱਗੇ ਹੋਏ ਨੇ। ਹਾਲਾਂਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ ਜੁੜੇ ਇੱਕ ਵੱਡੇ ਮੁੱਦੇ ਤੇ ਵੀ ਆਪਣੀ ਜਿਹੜੀ ਗੱਲ ਹੈ ਉਹ ਕੀਤੀ ਹੈ। ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਰਹਿ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਦੇ ਗਵਰਨਰ ਤੋਂ ਤੇ UT ਦੇ ਪ੍ਰਸ਼ਾਸਕ ਦਾ ਅਹੁਦਾ ਖੋਣ ਦੇ ਮਿਹਣੇ ਮਾਰ ਰਹੇ ਨੇ। ਮੋਦੀ ਸਾਹਿਬ ਬੈਠੇ ਨੇ ਦਿੱਲੀ ਵਿੱਚ, ਸੁਖਬੀਰ ਬਾਦਲ ਚੰਡੀਗੜ੍ਹ 'ਚ ਬਹਿ ਕੇ ਮੋਦੀ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਵੇਖੇ ਗਏ। ਜਦ ਕਿ ਗੱਲ ਤਾਂ ਬਣਦੀ ਸੀ ਜੇ ਸੁਖਬੀਰ ਬਾਦਲ ਹੱਥ ਵਿੱਚ ਤਖਤੀ ਫੜ ਕੇ ਆਪਣੀ ਬੀਬੀ ਵਾਂਗੂ ਹੀ ਮੋਢੇ ਨਾਲ ਮੋਢਾ ਜੋੜ ਕੇ ਵਿਰੋਧੀਆਂ ਦੇ ਮੂੰਹ ਬੰਦ ਕਰਦੇ। ਉੱਥੇ ਹੱਥ ਵਿੱਚ ਤਖਤੀ ਫੜ ਕੇ ਪੰਜਾਬ ਯੂਨੀਵਰਸਿਟੀ ਦਾ ਤੇ ਚੰਡੀਗੜ੍ਹ ਦਾ ਮੁੱਦਾ ਚੱਕਦੇ। ਪੰਜਾਬ ਯੂਨੀਵਰਸਿਟੀ ਦੇ ਸਰੂਪ ਨੂੰ ਬਦਲਣ ਦੇ ਵਿਰੋਧ ਵਿੱਚ ਜੇਕਰ ਸੁਖਬੀਰ ਬਾਦਲ ਦਿੱਲੀ 'ਚ ਖੜ ਕੇ ਹਾਂ ਦਾ ਨਾਰਾ ਮਾਰਦੇ ਤਾਂ ਸ਼ਾਇਦ
ਹੋ ਸਕਦਾ ਹੈ ਕਿ ਉਹਨਾਂ ਦੀ ਗੱਲ ਕਿਸੇ ਦੇ ਕੰਨੀ ਪੈ ਜਾਂਦੀ, ਮੋਦੀ ਸਾਹਿਬ ਦੇ ਜਾਂ ਫਿਰ ਉਹਨਾਂ ਦੇ ਕਿਸੇ ਵਜ਼ੀਰ ਦੇ ਕੰਨੀ ਪੈ ਜਾਂਦੀ। ਪਰ ਚੰਡੀਗੜ੍ਹ ਬਹਿ ਕੇ ਉਪ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਪਤਾ ਨਹੀਂ ਕਿਸੇ ਨੇ ਖੋਲੀ ਹੈ ਜਾਂ ਨਹੀਂ, ਜਾਂ ਫਿਰ ਖੋਲਣੀ ਹੈ ਵੀ ਜਾਂ ਫਿਰ ਨਹੀਂ। ਰਵਨੀਤ ਬਿੱਟੂ ਜੀ ਨੂੰ ਬੇਨਤੀ ਕਰਨਾ ਚਾਹਣਾ ਹੈ, ਲੜਾਈ ਬੀਜੇਪੀ ਸਰਕਾਰ ਨਾਲ ਹੈ, ਪਰ ਉਹਨਾਂ ਦਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਹੀ ਰਹਿੰਦਾ ਹੈ। ਆਪਾਂ ਉੱਥੇ ਲੜਾਈ ਲੜਨ ਵਾਸਤੇ ਆਏ ਹਾਂ ਬੀਜੇਪੀ ਦੇ ਖਿਲਾਫ, ਕਿਸਾਨੀ ਸੰਘਰਸ਼ ਲਈ। ਕਿਉਂ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ ਜਿਹਦੇ ਨਾਲ ਐਂ ਲੱਗੇ ਕਿ ਪੰਜਾਬ ਦੇ ਲੋਕ ਇੱਕ ਦੂਜੇ ਨਾਲ ਲੜੀ ਜਾਂਦੇ? ਉਹਦੀ ਸੋਚ ਹੀ ਹੈ ਜੀ ਹੈ। ਹਰ ਵਾਰ ਮੈਂ ਦੇਖਿਆ, ਕਿਉਂਕਿ ਹੁਣ ਫਰਸਟ੍ਰੇਸ਼ਨ ਉਹਨਾਂ 'ਚ ਆ ਗਈ ਹੈ, ਕਿਉਂਕਿ ਉਹ ਬਣਨਾ ਚਾਹੁੰਦੇ ਸੀ ਕਾਂਗਰਸ ਦੇ ਫੇਸ ਬਣਨਾ, ਜਦੋਂ ਦੇ ਸਿੱਧੂ ਸਾਹਿਬ ਆਏ ਆ ਬਖਲਾ ਗਏ ਹੈ, ਅਤੇ ਹੁਣ ਘਬਰਾਹਟ ਦੇ ਵਿੱਚ ਹੁਣ ਇਹ 'ਚ ਲੱਗੇ ਆ। ਉਹਨਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। STF ਪੰਜਾਬ ਪੁਲਿਸ ਦੀ ਹੈ, ਮੁੱਖ ਮੰਤਰੀ ਥੱਲੇ ਹੈ, ਸਰਕਾਰ ਉਹਨਾਂ ਦੀ ਹੈ। ਕਿਉਂ ਨਹੀਂ ਫੜਦੇ? ਕਿਉਂਕਿ ਜਿੰਨੇ ਨਸ਼ੇ ਵੇਚਣ ਵਾਲੇ ਵੱਡੇ ਸਮਗਲਰ ਹੈ, ਸਾਰਿਆਂ ਨੂੰ ਸਪੋਰਟ ਅਤੇ ਪ੍ਰੋਟੈਕਸ਼ਨ ਕਾਂਗਰਸੀ MLA ਦੇ ਰਹੇ ਹੈ, ਮਹੀਨਾ ਲੈ ਰਹੇ ਉਹਨਾਂ ਤੋਂ। ਬਹੁਤ ਗਲਤ ਫੈਸਲਾ ਹੈ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਨੂੰ ਪੰਜਾਬ ਦਾ ਇੱਕ ਹਿੱਸਾ ਸਮਝਦਾ ਹੈ। ਜੇ ਪ੍ਰਸ਼ਾਸਨ ਲਾਉਣਾ ਹੈ ਤੇ ਪੰਜਾਬ ਦਾ ਅਫਸਰ ਹੋਣਾ ਚਾਹੀਦਾ। ਸਾਡਾ ਏਜੰਡਾ ਕਿਸਾਨੀ ਬਿੱਲ ਹੀ ਹੈ ਇਕੱਲਾ। ਰਾਹੁਲ ਗਾਂਧੀ ਦਾ ਏਜੰਡਾ ਕਈ ਏਜੰਡੇ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਆਹ ਸੰਸਦ 'ਚ ਆਪਾਂ ਇੱਕੋ ਇੱਕ ਏਜੰਡਾ ਰੱਖੀਏ। ਤਾਈਓ ਤੁਸੀਂ ਦੇਖੋ ਬਿੱਟੂ ਘਬਰਾਉਂਦਾ ਹੈ। ਜੋ ਅਸੀਂ ਬਿੱਟੂ ਨੂੰ ਕਹਿੰਦੇ ਹਾਂ ਕਿ ਤੁਸੀਂ ਇਕੱਲਾ ਆਪਣਾ ਕਿਸਾਨੀ ਦਾ, ਪੰਜਾਬੀਆਂ ਦਾ ਜਿਹੜਾ ਕਿਸਾਨੀ ਦਾ, ਦੇਸ਼ ਦੇ ਕਿਸਾਨੀ ਦਾ ਏਜੰਡੇ ਦੇ ਇਕੱਲੇ ਰਹੋ, ਕਿਉਂਕਿ ਉਹ ਰਾਹੁਲ ਗਾਂਧੀ ਦੇ ਥੱਲੇ ਲੈਣੇ ਲੱਗੇ ਆ। ਜੋ ਰਾਹੁਲ ਗਾਂਧੀ ਨੂੰ ਦੇਖਦੇ, ਜਿਵੇਂ ਜਿਸ ਡਾਇਰੈਕਸ਼ਨ 'ਚ ਰਾਹੁਲ ਗਾਂਧੀ ਚਾਹੁੰਦੇ ਉਸ ਡਾਇਰੈਕਸ਼ਨ ਜਾਂਦੇ ਆ। ਸੋ ਅੱਜ ਅਸੀਂ ਮੈਂ ਐਲਾਨ ਕਰਦਾ, ਪਿਛਲੀ ਵਾਰ ਅਸੀਂ 200 ਯੂਨਿਟ ਅਸੀਂ SC ਤੇ BC ਨੂੰ ਮੁਫਤ ਦਿੰਦੇ ਹੁੰਦੇ ਸੀ, ਤੇ ਅਸੀਂ ਦਿੱਤੇ ਹੈ। ਐਕਟੀ ਅਸੀਂ ਸਾਰੇ ਪੰਜਾਬੀਆਂ ਵਾਸਤੇ, ਜਿਵੇਂ ਮੈਂ ਕਿਹਾ ਸੀ ਅੱਧੇ ਰੇਟ ਕਰੂੰਗਾ, ਮੈਂ ਹੁਣ ਅਨਾਉਂਸ ਕਰ ਰਿਹਾ 400 ਯੂਨਿਟ ਸਾਡੇ ਸਾਰਿਆਂ ਵਾਸਤੇ ਫ੍ਰੀ ਹੋਣਗੇ। ਪਹਿਲੇ 400 ਯੂਨਿਟ, ਤੇ ਆਮ ਆਦਮੀ ਪਾਰਟੀ ਨੂੰ ਨਹੀਂ ਕਿ 1 ਯੂਨਿਟ ਵੱਧ ਗਿਆ ਤੇ ਸਾਰੇ 400 ਦੇ ਹੋਣਗੇ। ਅਸੀਂ ਜੋ ਕਿਹਾ 400 ਦੇ 400 ਯੂਨਿਟ ਫ੍ਰੀ ਹੋਣਗੇ, ਤੇ ਨਾਲੇ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਲੈ ਕੇ ਆਵਾਂਗੇ, ਜਿਹੜਾ ਮੈਡੀਕਲ ਇੰਸ਼ੋਰੈਂਸ ਸਾਰਿਆਂ ਦਾ 10 ਲੱਖ ਤੱਕ ਹੋਊਗਾ। ਹਰ ਫੈਮਿਲੀ ਮੈਡੀਕਲ ਇੰਸ਼ੋਰੈਂਸ। ਜਿਹੜੀ SC ਸਕਾਲਰਸ਼ਿਪ ਹੈ, ਉਹ ਸਕੀਮ ਨੂੰ ਫੁੱਲ ਫਲੈਜਡ ਵਾਪਸ ਰਿਵਾਈਵ ਕੀਤਾ ਜਾਊਗਾ। SC ਸਕਾਲਰਸ਼ਿਪ, ਕੋਈ ਵੀ SC ਬੱਚੇ ਬਗੈਰ ਪੜ੍ਹਾਈ ਤੋਂ ਪੈਸੇ ਦੇ ਕਰਕੇ, ਮੈਂ ਗਾਰੰਟੀ ਦਿੰਦਾ, ਉਹ ਵਿਚਾਰਾ ਹੁਣ ਉਹਨੂੰ ਕਿਤੇ ਤਕਲੀਫ ਪਹੁੰਚਾਉਣ ਦੀ ਲੋੜ ਨਹੀਂ। ਸਰਕਾਰ ਇੰਸ਼ੋਰ ਕਰੂਗੀ ਕਿ ਸਾਰੇ SC ਬੱਚਿਆਂ ਨੂੰ SC ਸਕਾਲਰਸ਼ਿਪ ਰਾਹੀਂ ਸਾਰੇ ਕਾਲਜਾਂ 'ਚ ਐਡਮਿਸ਼ਨ ਦਿੱਤੀ ਜਾਏ ਤੇ ਪੜ੍ਹਾਈ ਕੀਤੀ ਜਾਏ। ਮੇਰੇ ਪੰਜਾਬ ਵਿੱਚ ਕੋਈ ਵੀ ਪੰਜਾਬੀ ਨੂੰ ਕੋਈ ਘਰ ਵੇਚਣ ਦੀ ਲੋੜ ਨਹੀਂ ਪੈਣੀ, ਕੋਈ ਜ਼ਮੀਨ ਵੇਚਣ ਦੀ ਲੋੜ ਨਹੀਂ ਪੈਣੀ। ਅਸੀਂ ਸਟੂਡੈਂਟ ਕਾਰਡ ਸਕੀਮ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ 10 ਲੱਖ ਰੁਪਏ ਦਾ ਉਹ ਸਟੂਡੈਂਟ ਕਾਰਡ ਹੋਊਗਾ। ਉਹ ਲੋਨ ਹੋਊਗਾ ਜਿਹਦੀ ਗਾਰੰਟੀ ਲੋਨ ਦੀ ਪੰਜਾਬ ਸਰਕਾਰ ਚੱਕੇਗੀ। ਉਸ ਨੂੰ ਇਨਸਾਨ ਨੂੰ ਆਪਣੀ ਗਾਰੰਟੀ ਦੇਣ ਦੀ ਲੋੜ ਨਹੀਂ, ਪੰਜਾਬ ਸਰਕਾਰ ਚੱਕੇਗੀ। ਇੰਟਰਸਟ ਪੰਜਾਬ ਸਰਕਾਰ ਪੇ ਕਰੇਗੀ। ਮੈਂ ਅੱਜ ਕਮਿਟਮੈਂਟ ਕਰਦਾ, ਸਾਡੇ ਆਉਣ ਵਾਲੀ ਸਰਕਾਰ 'ਚ 5 ਸਾਲਾਂ ਦੇ ਅੰਦਰ 1 ਲੱਖ ਸਰਕਾਰੀ ਨੌਕਰੀ ਅਸੀਂ 100% ਦੇਵਾਂਗੇ। 1 ਲੱਖ। ਤੇ ਸਾਡੀ ਸਰਕਾਰ ਦੀ ਵੱਡੀ ਪ੍ਰਾਇੋਰਟੀ ਇੰਡਸਟਰੀਅਲਾਈਜੇਸ਼ਨ ਹੈ। ਵੱਡੀ ਪ੍ਰਾਇੋਰਟੀ ਪੰਜਾਬ ਨੂੰ IT ਹੱਬ ਬਣਾਉਣਾ ਹੈ। ਵੱਡੀ ਸਾਡੀ ਪ੍ਰਾਇੋਰਟੀ ਟੈਕਸਟਾਈਲ ਹੱਬ ਬਣਾਉਣਾ ਹੈ। ਤੇ ਸੁਖਬੀਰ ਸਿੰਘ ਬਾਦਲ ਦਾ ਸਦਨ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਇਸ ਕਰਕੇ ਜ਼ਿਆਦਾ ਮਾਇਨੇ ਰੱਖਦਾ ਹੈ ਕਿਉਂਕਿ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੇ 19 ਜੁਲਾਈ ਤੋਂ ਲੋਕ ਸਭਾ ਦੇ ਸ਼ੁਰੂ ਹੋਏ ਸੈਸ਼ਨ ਤੋਂ ਪਹਿਲਾਂ ਹੀ ਵੋਟਰਸ ਵਿਪ ਜਾਰੀ ਕਰ ਦਿੱਤਾ ਸੀ। ਵਿਪ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਹਾਜ਼ਰ ਰਹਿਣ ਅਤੇ ਕਿਸਾਨ ਮੁੱਦਾ ਚੁੱਕਣ ਦਾ ਹੁਕਮ ਦਿੱਤਾ ਗਿਆ ਸੀ।
ਕਿਸਾਨ ਲੀਡਰਾਂ ਨੇ ਇਸ ਸਿੱਧੇ ਤੌਰ ਤੇ ਕਿਹਾ ਸੀ ਕਿ ਜੇ ਤੁਸੀਂ ਸਾਡੀ ਇਸ ਵਿਪ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਡਾ ਹਾਲ ਵੀ ਆਉਂਦੇ ਦਿਨਾਂ ਦੇ ਵਿੱਚ ਅਸੀਂ ਉਹੀ ਕਰਾਂਗੇ ਜੋ ਬੀਜੇਪੀ ਲੀਡਰਾਂ ਦਾ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਵਿਰੋਧੀ ਪਾਰਟੀਆਂ ਦੇ ਸਾਂਸਦਾਂ ਨੂੰ ਸੈਸ਼ਨ ਦੇ ਵਿੱਚੋਂ ਗੈਰ ਹਾਜ਼ਰ ਰਹਿਣ ਜਾਂ ਫਿਰ ਵਾਕਆਊਟ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ। ਵਾਰੀ-ਵਾਰੀ ਕਿਹਾ ਸੀ ਕਿ ਤੁਸੀਂ ਅੰਦਰ ਰਹਿਣਾ ਹੈ, ਸਾਡੀ ਆਵਾਜ਼ ਚੁੱਕਣੀ ਹੈ, ਬਾਹਰ ਨਹੀਂ ਆਉਣਾ, ਵਾਕਆਊਟ ਨਹੀਂ ਕਰਨਾ, ਹਰ ਦਿਨ ਹੈ ਜਿਹੜਾ ਉਹ ਤੁਸੀਂ ਉੱਥੇ ਹਾਜ਼ਰ ਰਹਿਣਾ ਹੈ। ਇਸ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਸੀ ਕਿ ਘੱਟੋ ਘੱਟ ਪੰਜਾਬ ਤੋਂ ਜਿਹੜੇ ਲੋਕ ਸਭਾ ਮੈਂਬਰ ਨੇ ਜਾਂ ਰਾਜ ਸਭਾ ਮੈਂਬਰ ਨੇ ਉਹ ਜ਼ਰੂਰ ਕਿਸਾਨੀ ਦੇ ਹੱਕ ਵਿੱਚ ਡਟ ਕੇ ਪਹਿਰਾ ਦੇਣਗੇ ਤੇ ਇਹ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸੰਸਦ ਮੈਂਬਰ ਹੈਗੇ ਨੇ ਪੰਜਾਬ ਦੇ ਉਹ ਦਰਸਾ ਇਹੀ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਖੜੇ ਹਾਂ, ਉਹਨਾਂ ਦੇ ਵਿਪ ਦੀ ਪਾਲਣਾ ਕਰ ਰਹੇ ਹਾਂ, ਚਾਹੇ ਅਕਾਲੀ ਦਲ ਦੇ ਹੋਣ ਜਾਂ ਫਿਰ ਕਾਂਗਰਸ ਦੇ ਜਿਹੜੇ ਸੰਸਦ ਹੋਣ, ਉਹ ਪੂਰਾ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਜਿਹੜਾ ਇਹ ਦਾਅਵਾ ਕਰ ਰਹੇ ਨੇ। ਪਰ 12 ਦਿਨਾਂ ਦੇ ਵਿੱਚ ਸੁਖਬੀਰ ਬਾਦਲ ਦੀ 5 ਦਿਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਨੇ ਅਤੇ ਸੁਖਬੀਰ ਬਾਦਲ ਤੇ ਵਿਪ ਦੀ ਉਲੰਘਣਾ ਕਰਨ ਦਾ ਇਲਜ਼ਾਮ ਹੈ। ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਨੇ ਤੇ ਰਾਜ ਸਭਾ ਦੀਆਂ 7 ਸੀਟਾਂ ਨੇ। 13 ਤੇ 7 20 ਜਣਿਆਂ ਨੂੰ ਬਣਦਾ ਸੀ ਕਿ ਇਹ ਸਦਨ ਦੇ ਵਿੱਚ ਦੋਵੇਂ ਸਦਨਾਂ ਦੇ ਵਿੱਚ ਆਪਣੀ ਹਾਜ਼ਰੀ 100% ਰੱਖਦੇ, ਪਰ ਇਹਨਾਂ 20 ਜਣਿਆਂ ਦੇ ਵਿੱਚੋਂ ਸੁਖਬੀਰ ਬਾਦਲ ਤੇ ਸਨੀ ਦਿਓਲ ਨੂੰ ਛੱਡ ਕੇ ਕੋਈ ਵੀ ਇੰਨਾ ਗੈਰ ਹਾਜ਼ਰ ਨਹੀਂ ਰਿਹਾ। ਸਨੀ ਦਿਓਲ ਨੇ ਤਾਂ ਰਿਕਾਰਡ 2 ਦਿਨ ਦੀ ਹਾਜ਼ਰੀ ਲਵਾਈ ਹੈ ਤੇ ਸੁਖਬੀਰ ਬਾਦਲ 5 ਦਿਨ ਗੈਰ ਹਾਜ਼ਰ ਰਹੇ ਨੇ। ਉਸ ਤੋਂ ਬਾਅਦ ਜੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੇ ਜਿਹੜੇ MP ਹੈਗੇ ਨੇ ਭਗਵੰਤ ਮਾਨ, ਉਹਨਾਂ ਦੀ ਵੀ ਗੈਰ ਹਾਜ਼ਰੀ ਲੱਗੀ ਹੈ। ਮਨੀਸ਼ ਤਿਵਾੜੀ, ਚੌਧਰੀ ਸੰਤੋਖ ਸਿੰਘ, ਰਵਨੀਤ ਬਿੱਟੂ, ਅਮਰ ਸਿੰਘ, ਮੁਹੰਮਦ ਸਦੀਕ, ਇਹਨਾਂ ਨੇ ਇੱਕ ਦਿਨ ਦੀ ਗੈਰ ਹਾਜ਼ਰੀ ਲਵਾਈ ਹੈ ਤੇ ਪਰਨੀਤ ਕੌਰ ਤੇ ਗੁਰਜੀਤ ਔਜਲਾ 2 ਦਿਨ ਗੈਰ ਹਾਜ਼ਰ ਰਹੇ ਨੇ। ਪਰਨੀਤ ਕੌਰ ਤਾਂ ਉਸ ਦਿਨ ਇੱਥੇ ਵੀ ਦੇਖੇ ਗਏ ਨੇ, ਤੁਸੀਂ ਸਭ ਨੇ ਦੇਖਿਆ ਹੋਣਾ, ਜਦੋਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਹੈਗਾ ਉਹ ਸਮਾਰੋਹ ਹੋ ਰਿਹਾ ਸੀਗਾ ਉਹਨਾਂ ਦੀ ਤਾਜਪੋਸ਼ੀ ਦਾ, ਤਾਂ ਉਦੋਂ ਪਰਨੀਤ ਕੌਰ ਸਟੇਜ ਦੇ ਉੱਤੇ ਬੈਠੇ ਹੋਏ ਸੀ। ਉਸ ਤੋਂ ਬਾਅਦ ਕਿਸਾਨਾਂ ਨੇ ਵੀ ਸਵਾਲ ਚੁੱਕੇ ਸੀ, ਕਿਸਾਨ ਲੀਡਰਾਂ ਨੇ, ਕਿ ਇਹ ਜਿਹੜੇ ਕਾਂਗਰਸੀ ਮੈਂਬਰ ਗੈਰ ਹਾਜ਼ਰ ਰਹੇ ਨੇ ਉਹਨਾਂ ਨੂੰ ਅਸੀਂ ਮੁੜ ਤੋਂ ਚੇਤਾਵਨੀ ਦਿੰਦੇ ਆ ਕਿ ਆਪਣੀਆਂ ਸਿਆਸੀ ਸਰਗਰਮੀਆਂ ਛੱਡ ਕੇ ਸਾਡੀ ਗੱਲ ਕਰਨ ਜੇ ਤੁਸੀਂ ਸਾਡੇ ਇੰਨੇ ਹਮਾਇਤੀ ਬਣਦੇ ਹੋ। ਹਰਸਿਮਰਤ ਕੌਰ ਬਾਦਲ ਤੇ ਜਸਵੀਰ ਸਿੰਘ ਡਿੰਪਾ, ਇਹਨਾਂ ਨੇ ਰਿਕਾਰਡ ਹਾਜ਼ਰੀ ਲਵਾਈ ਹੈ, ਦੋਵੇਂ 100% ਹਾਜ਼ਰ ਰਹੇ ਨੇ ਹੁਣ ਤੱਕ। ਜਦੋਂ ਤੱਕ ਸੈਸ਼ਨ ਚੱਲੇਗਾ ਉਦੋਂ ਤੱਕ ਦੇਖਣਾ ਹੋਊਗਾ ਕਿ 100% ਤੇ ਖਰੇ ਉਤਰਨਗੇ ਜਾਂ ਫਿਰ ਇਹ ਵੀ ਇੱਕ ਅੱਧਾ ਦਿਨ ਵਿੱਚੋਂ ਗੈਰ ਹਾਜ਼ਰ ਰਹਿ ਜਾਂਦੇ ਨੇ, ਪਰ ਹੁਣ ਤੱਕ 100% ਹਾਜ਼ਰ ਰਹੇ ਨੇ। ਨਰੇਸ਼ ਗੁਜਰਾਲ ਨੂੰ ਵੀ ਹਾਜ਼ਰੀ ਦੇ ਪੱਖੋਂ 100/100 ਨੰਬਰ ਦਿੱਤੇ ਜਾ ਸਕਦੇ ਨੇ। ਤੇ ਜੇ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਦੇ ਮੀਡੀਆ ਐਡਵਾਈਜ਼ਰ ਦੀ, ਤਾਂ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਇਸ ਕਰਕੇ ਉਹਨਾਂ ਨੇ ਪਿੱਛੇ ਦਾ ਕੰਮ ਵੀ ਸਾਂਭਣਾ ਹੁੰਦਾ ਹੈ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਜਸਟੀਫਾਈ ਕੀਤਾ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਸੰਸਦ ਦੇ ਵਿੱਚੋਂ ਗੈਰ ਹਾਜ਼ਰ ਰਹੇ ਵੀ ਨੇ ਤਾਂ ਉਹਦੇ ਪਿੱਛੇ ਕੋਈ ਕਾਰਨ ਹੈ, ਕਿਉਂਕਿ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦਾ ਗੈਰ ਹਾਜ਼ਰ ਰਹਿਣਾ ਕੋਈ ਵੱਡੀ ਗੱਲ ਪਾਰਟੀ ਨੂੰ ਨਹੀਂ ਲੱਗਦੀ। ਜਾਂ ਫਿਰ ਕਹਿ ਸਕਦੇ ਹਾਂ ਕਿ ਇਸ ਸਵਾਲ ਤੋਂ ਪਿੱਛਾ ਛੁਡਾਉਣ ਦੇ ਲਈ ਉਹਨਾਂ ਨੇ ਇਹ ਜਵਾਬ ਦਿੱਤਾ ਹੈ। ਪਰ ਇਹ ਤੇ ਵੀ ਸਵਾਲ ਉੱਠਦੇ ਨੇ ਕਿ ਕੋਈ ਇਹ ਤਾਂ ਹੈ ਨਹੀਂ ਕਿ ਸੈਸ਼ਨ ਨੇ ਸਾਲ 2 ਸਾਲ ਜਾਂ ਕਈ ਮਹੀਨਿਆਂ ਤੱਕ ਚੱਲਣਾ ਹੁੰਦਾ ਹੈ। ਸੈਸ਼ਨ ਕੁਝ ਦਿਨਾਂ ਦੇ ਲਈ ਹੁੰਦਾ ਹੈ। ਇਹਨਾਂ ਦਿਨਾਂ ਦੇ ਵਿੱਚ ਕੀ ਪਾਰਟੀ ਦੀਆਂ ਗਤੀਵਿਧੀਆਂ ਨਹੀਂ ਛੱਡੀਆਂ ਜਾ ਸਕਦੀਆਂ? ਪਰ ਨਹੀਂ ਛੱਡੀਆਂ ਜਾ ਸਕਦੀਆਂ ਕਿਉਂਕਿ 2022 ਦੀਆਂ ਚੋਣਾਂ ਨੇ। ਸਿਆਸੀ ਲੀਡਰ ਕਿਵੇਂ ਆਪਣਾ ਜਿਹੜਾ ਚੋਣ ਮੈਦਾਨ ਛੱਡ ਕੇ ਦਿੱਲੀ ਜਾ ਸਕਦੇ ਨੇ? ਤੇ ਹੁਣ ਤੁਹਾਨੂੰ ਥੋੜੇ ਜਿਹੇ ਸੁਖਬੀਰ ਸਿੰਘ ਬਾਦਲ ਦੇ ਦਾਅਵੇ ਵੀ ਦੱਸ ਦਿੰਨੇ ਆ ਜਿਹੜੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਕਰਦੇ ਰਹਿੰਦੇ ਨੇ। ਹੁਣ ਇਸ ਵਕਤ ਪੰਜਾਬ ਦਾ ਮਾਹੌਲ ਅਜਿਹਾ ਹੈ, ਪੰਜਾਬ ਦੀ ਸਿਆਸਤ ਜਾਂ ਹਰਿਆਣੇ ਦੀ ਸਿਆਸਤ ਦਾ, ਕਿਸੇ ਵੀ ਲੀਡਰ ਨੇ ਕੋਈ ਪ੍ਰੈਸ ਕਾਨਫਰੰਸ ਕਰਨੀ ਹੈ ਜਾਂ ਰੈਲੀ ਕਰਨੀ ਹੈ ਜਾਂ ਲੋਕਾਂ ਦੀ ਕਿਸੇ ਵੀ ਇਕੱਠ ਨੂੰ ਸੰਬੋਧਨ ਕਰਨਾ ਹੈ, ਉਹਦੇ ਵਿੱਚ ਕਿਸਾਨਾਂ ਦਾ ਮੁੱਦਾ ਨਾ ਆਵੇ, ਕਿਸਾਨਾਂ ਦਾ ਜ਼ਿਕਰ ਨਾ ਛਿੜੇ, ਅਜਿਹਾ ਹੋ ਨਹੀਂ ਸਕਦਾ। ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ, ਇਹਨਾਂ ਪਾਰਟੀਆਂ ਦਾ ਕੋਈ ਵੀ ਲੀਡਰ ਹੋਵੇ, ਆਪਣੇ ਆਪ ਨੂੰ ਕਿਸਾਨਾਂ ਦੇ ਸਭ ਤੋਂ ਵੱਡੇ ਹਮਾਇਤੀ ਦੱਸਣ ਦੇ ਵਿੱਚ ਪਿੱਛੇ ਨਹੀਂ ਰਹਿੰਦੇ। ਤੇ ਸੁਖਬੀਰ ਬਾਦਲ ਕਿਸਾਨਾਂ ਦੇ ਬਾਰੇ ਕੀ ਕੁਝ ਕਹਿੰਦੇ ਨੇ ਉਹ ਅਸੀਂ ਤੁਹਾਨੂੰ ਸੁਣਾ ਦਿੰਨੇ ਆ। ਕਿ ਕਿਸਾਨੀ ਨੂੰ ਬਚਾਉਣ ਵਾਸਤੇ ਜਿਹੜਾ ਵੈਟ ਹੈ, ਖੇਤੀ ਵਾਸਤੇ, ਟਰੈਕਟਰ ਵਾਸਤੇ, ਡੀਜ਼ਲ ਵਾਸਤੇ 10 ਰੁਪਏ ਪਰ ਲੀਟਰ ਅਸੀਂ ਸਸਤਾ ਕਰਾਂਗੇ। ਔਰ 10 ਰੁਪਏ ਲੀਟਰ ਟਰੈਕਟਰ ਵਾਸਤੇ ਤੇ ਖੇਤੀ ਵਾਸਤੇ ਜਿਹੜਾ ਹੋਊਗਾ, ਉਹਦਾ ਸਿਸਟਮ ਕਿਵੇਂ ਬਣਨਾ ਉਹ ਅਸੀਂ ਬਣਾ ਕੇ ਉਹਦੇ ਬਾਅਦ ਐਲਾਨ ਕਰਾਂਗੇ। ਸਬਜ਼ੀਆਂ, ਫਰੂਟ ਤੇ ਦੁੱਧ ਤੁਹਾਡੀ ਸਰਕਾਰ, ਆਉਣ ਵਾਲੀ ਸਰਕਾਰ MSP ਡਿਕਲੇਅਰ ਕਰਿਆ ਕਰੂਗੀ। ਜਿਹੜਾ ਉੱਥੇ ਕਮੀ ਹੋਊਗੀ ਉਹਨੇ ਅਮਾਉਂਟ ਦੀ, ਜੇ ਕਿਤੇ ਕਮੀ ਹੋਈ ਉਹਨਾਂ ਡਿਫਰੈਂਸ਼ੀਅਲ ਉਸ ਫਸਲ ਦਾ
ਤੁਹਾਨੂੰ ਸਟੇਟ ਗਵਰਨਮੈਂਟ ਗਾਰੰਟੀ ਕਰੂਗੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਬੀਐਸਪੀ ਦੀ ਸਰਕਾਰ ਦੇ ਦੌਰਾਨ ਵਿੱਚ ਸੈਂਟਰਲ ਲਾਜ਼ ਜਿਹੜੇ ਕਾਲੀ ਕਾਨੂੰਨ ਹੈ ਬਿਲਕੁਲ ਲਾਗੂ ਨਹੀਂ ਹੋਣਗੇ। ਜਿਹੜੇ ਕੈਪਟਨ ਸਰਕਾਰ ਨੇ ਐਕਟ ਬਣਾਏ ਹੈ ਹਲੇ ਤੱਕ ਕੈਪਟਨ ਸਰਕਾਰ ਨੇ ਰੱਦ ਨਹੀਂ ਕੀਤੇ। ਸਾਡੀ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਵਿੱਚ ਲਿਆ ਕੇ ਰੱਦ ਕਰਕੇ ਅਸੈਂਬਲੀ ਵਿੱਚ ਐਕਟ ਨੂੰ ਬਿਲਕੁਲ ਰੱਦ ਕੀਤਾ ਜਾਊਗਾ। ਕੈਪਟਨ ਸਾਹਿਬ ਨੇ ਇਕੱਲਾ ਡਰਾਮਾ ਕੀਤਾ ਸੋਧ ਕਰਨ ਦਾ। ਆਮ ਆਦਮੀ ਪਾਰਟੀ ਦੀ ਵੀ ਕੇਜਰੀਵਾਲ ਸਰਕਾਰ ਨੇ, ਤੁਸੀਂ ਜਾ ਕੇ ਦਿੱਲੀ ਦੇਖੋ, ਸਭ ਤੋਂ ਪਹਿਲੇ ਸੈਂਟਰ ਦੇ ਕਾਨੂੰਨ ਐਗਰੀਕਲਚਰ ਖੇਤੀ ਕਾਲੇ ਕਾਨੂੰਨ ਜੇ ਸਭ ਤੋਂ ਪਹਿਲੇ ਕਿਸੇ ਵੀ ਹਿੰਦੁਸਤਾਨ ਦੇ ਸੂਬੇ ਨੇ ਨੋਟੀਫਾਈ ਕੀਤੇ ਹੈ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਕੀਤੇ ਹੈ। ਤੇ ਕੱਲ ਹੀ ਹੁਣ ਡਰਾਮਾ ਕਰਦੇ ਆ ਅਸੀਂ ਵਿਡਰਾਅ ਕਰਾਂਗੇ। ਹੁਣ ਪੁੱਛੋ ਪਹਿਲੇ ਨੋਟੀਫਾਈ ਤੁਸੀਂ ਕਿਉਂ ਕੀਤੇ? ਇੱਥੇ ਇਹ ਕਹਿਣਾ ਵੀ ਕੋਈ ਗਲਤ ਨਹੀਂ ਹੋਏਗਾ ਕਿ ਜੇ ਕਿਸਾਨ ਆਪਣੀ ਸੰਸਦ ਦੇ ਵਿੱਚ ਜਿਹੜਾ ਲੀਡਰਾਂ ਨੂੰ ਆਉਣ ਦੀ ਖੁੱਲ੍ਹ ਦੇ ਦਿੰਦੇ ਤਾਂ ਲੱਗਦਾ ਹੈ ਕਿ ਲੀਡਰ ਨੇ ਜਿਹੜੇ ਪੰਜਾਬ ਦੇ ਜਾਂ ਫਿਰ ਪੂਰੇ ਭਾਰਤ ਦੇ ਵਿੱਚੋਂ ਹੀ ਆਪਾਂ ਲੀਡਰਾਂ ਨੂੰ ਦੇਖ ਲਈਏ, ਵਿਰੋਧੀ ਧਿਰ ਦੇ ਲੀਡਰ ਨੇ ਉਹ ਫਿਰ ਹੁਮਾ ਕੇ ਉੱਥੇ ਜ਼ਰੂਰ ਪਹੁੰਚਦੇ ਜੇ ਕਿਸਾਨ ਉਹਨਾਂ ਨੂੰ ਆਪਣੀ ਸਟੇਜ ਦੇ ਦਿੰਦੇ ਸੰਸਦ ਦੇ ਉੱਤੇ। ਪਰ ਕਿਸਾਨਾਂ ਨੇ ਉੱਥੇ ਜਿਹੜੇ ਇੱਕਾ ਦੁੱਕਾ ਸਾਂਸਦ ਪਹੁੰਚਦੇ ਵੀ ਨੇ ਉਹਨਾਂ ਨੂੰ ਉਹ ਸਟੇਜ ਸਾਂਝੀ ਕਰਨ ਤੋਂ ਮਨਾ ਕਰ ਦਿੰਦੇ ਨੇ, ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦੇ। ਤੇ ਉੱਥੇ ਗਏ ਜਿਹੜੇ ਭਾਰਤੀ ਸੰਸਦ ਮੈਂਬਰ ਹੈਗੇ ਨੇ, ਭਾਰਤੀ ਸੰਸਦ ਦੇ ਮੈਂਬਰ ਹੈਗੇ ਨੇ, ਉਹ ਉਸੇ ਤਰ੍ਹਾਂ ਉੱਥੇ ਬਹਿ ਕੇ ਵਾਪਸ ਮੁੜ ਆਉਂਦੇ ਨੇ। ਕਿਸਾਨਾਂ ਨੇ ਜਿਹੜੀ ਵਿਪ ਜਾਰੀ ਕੀਤੀ ਸੀ ਉਹ ਵੀ ਇੱਕ ਇਤਿਹਾਸਿਕ ਕਦਮ ਹੈ ਕਿਸਾਨਾਂ ਦੇ ਸੰਘਰਸ਼ ਦੇ ਵਿੱਚ। ਸੰਸਦ ਲਾਉਣਾ, ਕਿਸਾਨ ਸੰਸਦ ਲਾਉਣਾ ਭਾਰਤੀ ਸੰਸਦ ਦੇ ਪੈਰਲਲ, ਉਹ ਵੀ ਇੱਕ ਵੱਡਾ ਇਤਿਹਾਸਿਕ ਕਦਮ ਹੈ। ਤੇ ਉਸ ਤੋਂ ਬਾਅਦ ਸੰਸਦ ਜਿਸ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਚੱਲ ਰਹੀ ਹੈ ਉਸ ਦੇ ਵਿੱਚ ਜਿਹੜੇ ਕਾਨੂੰਨ ਨੇ, ਜਿਹੜੇ ਲੋਕ ਮਾਰੂ ਨੇ, ਉਹਨਾਂ ਨੂੰ ਜਿਵੇਂ ਰੱਦ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਦਾ ਅਸਤੀਫਾ, ਇਸ ਤਰ੍ਹਾਂ ਰੋਜ਼ਾਨਾ ਹੀ ਸੰਸਦ ਦੇ ਵਿੱਚ ਅਜਿਹੀਆਂ ਜਿਹੜੀਆਂ ਪੈੜਾਂ ਛੱਡੀਆਂ ਜਾ ਰਹੀਆਂ ਨੇ ਜਿਸ ਤੋਂ ਸਾਰੇ ਲੋਕ ਤੇ ਦੇਸ਼ ਦੀ ਰਾਜਨੀਤੀ ਪ੍ਰਭਾਵਿਤ ਹੈ ਜਿਹੜੀ ਉਹ ਹੁਣੋਂ ਨਹੀਂ ਰਹਿ ਸਕਦੀ। ਤੇ ਇਸੇ ਕਰਕੇ ਕਿਸਾਨਾਂ ਨੇ ਵਿਪ ਜਾਰੀ ਕੀਤੀ ਸੀ ਜਿਹੜੀ ਆਮ ਤੌਰ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਹੀ ਜਾਰੀ ਕੀਤੀ ਜਾਂਦੀ ਹੁੰਦੀ ਹੈ ਆਪਣੇ ਲੀਡਰਾਂ ਦੇ ਲਈ। ਵਿਪ ਇੱਕ ਤਰੀਕੇ ਦਾ ਹੁਕਮ ਹੁੰਦਾ ਹੈ ਕਿ ਇਸ ਨੂੰ ਮੰਨਣਾ ਹੀ ਮੰਨਣਾ ਹੁੰਦਾ ਹੈ। ਤੇ ਇਹ ਵੀ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੈ ਕਿ ਇਸ ਵਿਪ ਨੂੰ ਪੂਰਾ ਹੁੰਗਾਰਾ ਜਿਹੜਾ ਉਹ ਪੰਜਾਬ ਦੇ ਸੰਸਦਾਂ ਨੇ ਖਾਸ ਕਰਕੇ ਦਿੱਤਾ ਹੈ। ਤੇ ਜਿਹੜੇ ਹੁਣ ਲੀਡਰ ਗੈਰ ਹਾਜ਼ਰ ਰਹੇ ਨੇ, 9 ਅਗਸਤ ਦੀ ਗੱਲ ਸੀ, ਸਿਰਫ 9 ਅਗਸਤ ਤੱਕ ਦੀ ਗੱਲ ਸੀ। ਕਿਸਾਨਾਂ ਨੇ ਕਿਹਾ ਸੀ ਕਿ ਜਦੋਂ ਤੱਕ ਸੈਸ਼ਨ ਚੱਲਣਾ ਹੈ 9 ਅਗਸਤ ਤੱਕ, ਉਦੋਂ ਤੱਕ ਸਾਰੇ ਜਿਹੜੇ ਮੈਂਬਰ ਨੇ ਗੈਰ ਹਾਜ਼ਰ ਨਾ ਰਹਿਣ, ਹਾਜ਼ਰ ਰਹਿਣ ਤੇ ਸਾਡੀ ਗੱਲ ਕਰਨ। ਪਰ ਜਿਹੜੇ ਹੁਣ ਗੈਰ ਹਾਜ਼ਰ ਰਹੇ ਨੇ ਉਹਨਾਂ ਦੇ ਲਈ ਸੈਸ਼ਨ ਖਤਮ ਹੋਣ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਕੀ ਰੁਖ ਰਹੇਗਾ, ਕਿਸਾਨ ਉਹਨਾਂ ਦੇ ਖਿਲਾਫ ਕੀ ਕੋਈ ਐਕਸ਼ਨ ਕਰਨਗੇ ਵਿਰੋਧ ਕਰਨ ਵਰਗਾ, ਇਹ ਹਾਲੇ ਦੇਖਣਾ ਬਾਕੀ ਰਹੇਗਾ 9 ਅਗਸਤ ਤੋਂ ਬਾਅਦ। ਪ੍ਰਾਈਮ ਟਾਈਮ ਦੇ ਵਿੱਚ ਇਜਾਜ਼ਤ ਦਿਓ। ਧੰਨਵਾਦ।